ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਪੈਰਲਲ ਫੋਰਸ ਦੇ ਟੌਪਿਕ ਸ਼ੁਰੂ ਕੀਤਾ ਸੀਗਾ। ਉਹਦੇ ਵਿੱਚ ਆਪਾਂ ਥਿਊਰਮ ਪ੍ਰੂਵ ਕੀਤੀ ਸੀਗੀ ਲਾਈਕ ਪੈਰਲਲ ਫੋਰਸਿਸ ਵਾਸਤੇ। ਇਹ ਥਿਊਰਮ ਕੀ ਸੀਗੀ? ਜੇ ਦੋ ਲਾਈਕ ਪੈਰਲਲ ਫੋਰਸਿਸ ਨੇ ਉਹਨਾਂ ਰਿਜ਼ਲਟੈਂਟ ਜਿਹੜਾ ਹੋਊਗਾ ਵਿੱਚ ਐਕਟ ਕਰੇਗਾ, ਵਿੱਚ ਹੋਊਗਾ, ਤੇ ਰਿਜ਼ਲਟੈਂਟ ਜਿਹੜਾ ਹੋਊਗਾ ਦੋਨਾਂ P plus Q ਫੋਰਸ ਦੇ ਬਰਾਬਰ ਹੋਊਗਾ। ਇੱਕ ਇਹ ਫਾਰਮੂਲਾ ਪ੍ਰੂਵ ਕੀਤਾ ਸੀ ਆਪਾਂ, ਤੇ ਇਹ ਪ੍ਰੂਵ ਕੀਤਾ ਸੀਗਾ ਕਿ P into AC ਇਹ Q into BC ਦੇ ਬਰਾਬਰ ਹੋਊਗਾ, ਅਤੇ ਇਹ ਫਾਰਮੂਲਾ ਕੀਤਾ ਸੀ P upon BC equal to Q upon AC equal to R upon AB ਹੋਊਗਾ। ਤੇ ਅਨਲਾਈਕ ਪੈਰਲਲ ਫੋਰਸਿਸ ਤੁਹਾਨੂੰ ਆਪ ਕਰਨ ਵਾਸਤੇ ਕਿਹਾ ਸੀ, ਚ ਹੈ ਕੀ ਸੀ? ਦੋ ਅਨਲਾਈਕ ਪੈਰਲਲ ਫੋਰਸ ਇੱਕ ਉੱਪਰ ਇੱਕ ਨੀਚੇ ਜਾਏਗੀ, ਰਿਜ਼ਲਟੈਂਟ P minus Q ਹੋਊਗਾ। ਬਾਕੀ ਦੋ ਫਾਰਮੂਲੇ ਇਹਦੇ ਨਾਲ ਦੇ ਸੇਮ ਨੇ, ਅਸੀਂ ਫਰਕ ਆ ਗੱਲਾਂ, ਅਤੇ ਡਾਇਗਰਾਮ ਥੋੜਾ ਫਰਕ ਆ। ਡਾਇਗਰਾਮ ਦੇ ਵਿੱਚ ਕੀ ਹੈਗਾ ਕਿ ਰਿਜ਼ਲਟੈਂਟ ਪੈਰਲਲ ਫੋਰਸ ਲਾਈਕ ਪੈਰਲਲ ਫੋਰਸਿਸ ਵਾਸਤੇ ਵਿੱਚ ਹੁੰਦਾ, ਤੇ ਅਨਲਾਈਕ ਪੈਰਲਲ ਫੋਰਸਿਸ ਵਾਸਤੇ ਵਿੱਚ ਨਹੀਂ ਹੁੰਦਾ, ਬਾਹਰ ਹੋਊਗਾ। ਬਾਹਰ ਕਿੱਧਰ ਹੋਊਗਾ? ਜਿਹੜੀ ਫੋਰਸ ਬੜੀ ਹੋਊਗੀ। ਮਤਲਬ ਇੱਥੇ ਆਪਾਂ ਨੇ P greater than Q ਲਿਆ ਜੀ। ਜਿਹੜੀ ਫੋਰਸ ਬੜੀ ਹੋਊਗੀ ਰਿਜ਼ਲਟੈਂਟ ਉਧਰਲੇ ਪਾਸੇ ਬਾਹਰ ਹੋਊਗਾ। ਜੇ ਬਾਈ ਚਾਂਸ Q ਵੱਡਾ ਹੋਵੇ P ਨਾਲੋਂ ਤਾਂ ਰਿਜ਼ਲਟੈਂਟ ਇੱਧਰਲੇ ਪਾਸੇ ਹੋਊਗਾ ਤੇ ਉਸ ਡਾਇਰੈਕਸ਼ਨ 'ਚ ਹੋਊਗਾ। ਜੇ P ਵੱਡਾ ਹੈਗਾ ਤਾਂ P ਵਾਲੇ ਪਾਸੇ ਆ ਤੇ P ਦੀ ਡਾਇਰੈਕਸ਼ਨ 'ਚ ਆ ਰਿਜ਼ਲਟੈਂਟ। ਜੇ Q ਵੱਡਾ ਹੋਊਗਾ ਤਾਂ Q ਵਾਲੇ ਪਾਸੇ ਹੋਊਗਾ R, ਤੇ Q ਦੀ ਡਾਇਰੈਕਸ਼ਨ 'ਚ ਹੋਊਗਾ ਨੀਚੇ। ਇਹ ਆਪਾਂ ਨੇ ਕਨਸੈਪਟ ਲਾਸਟ ਟਾਈਮ ਕੀਤੇ ਸੀਗੇ ਜੀ, ਪਿਛਲੇ ਲੈਕਚਰ 'ਚ ਆਪਾਂ ਕੀਤੇ ਸੀਗੇ। ਅੱਜ ਇਹਨਾਂ ਉੱਪਰ ਬੇਸਡ ਆਪਾਂ ਨੇ ਕੁਝ ਨੂਮੈਰੀਕਲ ਕਰਨੇ ਨੇ। ਨੂਮੈਰੀਕਲ ਦੇਖਦੇ ਹਾਂ, ਪਹਿਲਾਂ ਆਪਾਂ ਰੱਬ ਕਰ ਲਈਏ। ਮੈਂ ਸਟੇਟਮੈਂਟ ਦੇਖ ਰਿਹਾ, ਤੁਸੀਂ ਵੀ ਦੇਖ ਲਓ। Find the magnitude of two like parallel forces acting 2 meter apart which are equivalent to a force of 20 kilogram weight. The line of action of one of them being at distance 50 centimeter from the resultant. ਹੁਣ ਪਹਿਲਾਂ ਵਾਂਗੂ ਹੀ ਆ, ਪਹਿਲਾਂ ਵੀ ਤੁਹਾਨੂੰ ਗੱਲ ਦੱਸੀ ਇਹਦੇ ਵਿੱਚ ਹਰੇਕ ਟੌਪਿਕ ਦੇ ਵਿੱਚ ਜਿਹੜੇ ਕੁਐਸਚਨ ਕਰਨੇ ਨੇ ਆਪਾਂ ਸਟੈਟਿਕਸ ਤੇ। ਡਾਇਗਰਾਮ ਮੇਨ ਇੰਪੋਰਟੈਂਟ ਆ। ਜੇ ਡਾਇਗਰਾਮ ਤੁਹਾਨੂੰ ਬਣਾਉਣੀ ਆ ਗਈ, ਤੁਹਾਨੂੰ ਫਾਰਮੂਲੇ ਸਾਰੇ ਪਤਾ ਨੇ, ਥੋੜਾ 50% ਕੰਮ ਹੋ ਜਾਊਗਾ। ਤੇ ਡਾਇਗਰਾਮ ਬਿਨਾਂ ਪ੍ਰੈਕਟਿਸ ਤੋਂ ਨਹੀਂ ਬਣਨੀ ਹੈਗੀ, ਪ੍ਰੈਕਟਿਸ ਕਰੋਗੇ ਤਾਂ ਡਾਇਗਰਾਮ ਬਣੇਗੀ। ਜੋ ਡਾਇਗਰਾਮ ਬਣਾਉਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਇਹਦੇ ਵਿੱਚ, ਤੇ ਸਮਝੋ ਡਾਇਗਰਾਮ ਕਿੱਦਾਂ ਬਣਨਗੀਆਂ, ਇਹ ਧਿਆਨ ਰੱਖਣਾ ਆਪਾਂ ਨੇ। ਦੋ ਲਾਈਕ ਪੈਰਲਲ ਫੋਰਸਿਸ ਨੇ, ਬਣਾ ਰਿਹਾ ਡਾਇਗਰਾਮ, ਦੇਖੋ ਜੀ ਉੱਪਰੋਂ ਬਣਾ ਰਹੇ ਆਪਾਂ। ਇਹ ਮਰਜ਼ੀ ਹੈ ਚਾਹੇ ਡਾਇਗਰਾਮ ਉੱਪਰ ਬਣਾ ਲਓ ਪੈਰਲਲ ਫੋਰਸਿਸ ਜਾਂ ਨੀਚੇ ਬਣਾ ਲਓ, ਤੁਹਾਡੀ ਮਰਜ਼ੀ ਹੈ। ਇਹ ਦੋ ਲਾਈਕ ਪੈਰਲਲ ਫੋਰਸਿਸ ਨੇ, ਇੱਕ P ਆ, ਇੱਕ Q ਆ। ਦਿੱਤਾ ਕੀ ਹੋਇਆ ਇਹਨਾਂ ਨੇ ਕਿ ਇਹਨਾਂ ਦੋਨਾਂ 'ਚ ਡਿਸਟੈਂਸ ਜਿਹੜਾ ਹੈਗਾ, ਮੰਨ ਲਓ ਇਹ A ਪੁਆਇੰਟ ਲੈ ਲਿਆ, ਇਹ B, ਇਹ ਡਿਸਟੈਂਸ ਜਿਹੜਾ ਹੈਗਾ ਇਹ 2 ਮੀਟਰ ਆ। ਦੋਨੇ ਫੋਰਸਿਸ ਦੇ ਵਿੱਚ ਡਿਸਟੈਂਸ 2 ਮੀਟਰ ਆਪਾਂ ਨੂੰ ਦਿੱਤਾ ਹੋਇਆ। ਅੱਗੇ ਇਸ ਤੋਂ ਬਾਅਦ ਦਿੱਤਾ ਹੋਇਆ ਆਪਾਂ ਨੂੰ ਜਿਹੜੀ ਫੋਰਸ ਹੈਗੀ ਆ ਇਕੁਇਵਲੈਂਟ ਟੂ, ਵਿਚ ਆਰ ਇਕੁਇਵਲੈਂਟ ਟੂ, ਇਹ ਦੋਨੇ ਜਿਹੜੀਆਂ ਹੈਗੀਆਂ, ਇੱਕ C ਫੋਰਸ ਆ, C ਫੋਰਸ ਦੇ ਇਕੁਇਵਲੈਂਟ, C ਦੇ ਉੱਪਰ ਫੋਰਸ ਲੱਗ ਰਹੀ ਹੈ, ਉਹ ਫੋਰਸ ਹੈ ਕਿੰਨੀ ਆ ਆਪਣੇ ਕੋਲ ਜੀ 20 ਕਿਲੋਗ੍ਰਾਮ, 20 ਪਾ ਲਓ ਚਲੋ, ਇਹ 20 ਫੋਰਸ ਆ। ਇਹ ਦੋਨੇ ਫੋਰਸ ਸਾਰੇ ਇਕੁਇਵਲੈਂਟ ਨੇ, ਇਕੁਇਵਲੈਂਟ ਨੇ। ਇਹਦਾ ਕਿਵੇਂ ਯੂਜ਼ ਕਰਾਂਗੇ ਉਹ ਦੇਖਦੇ ਹਾਂ। ਅੱਗੇ ਕੀ ਬਣਾ, ਲਾਈਨ ਆਫ ਐਕਸ਼ਨ ਆਫ ਵਨ ਆਫ ਦੈਮ। ਲਾਈਨ ਆਫ ਐਕਸ਼ਨ ਕੀ ਹੁੰਦਾ? ਜਿਸ ਲਾਈਨ ਦੇ ਅਲੋਂਗ ਫੋਰਸ ਐਕਸ਼ਨ ਚ ਆ ਰਹੀ ਹੈ ਜਾਂ ਫੋਰਸ ਲੱਗ ਰਹੀ ਹੈ। P ਵਾਸਤੇ ਲਾਈਨ ਆਫ ਐਕਸ਼ਨ ਇਹ ਆ, Q ਵਾਸਤੇ ਲਾਈਨ ਆਫ ਐਕਸ਼ਨ ਇਹ ਆ, ਤੇ ਰਿਜ਼ਲਟੈਂਟ ਵਾਸਤੇ ਆਹ ਹੋਊਗੀ ਲਾਈਨ ਆਫ ਐਕਸ਼ਨ। ਜੇ ਲਾਈਨ ਆਫ ਐਕਸ਼ਨ ਹੈ ਕਿ ਇੱਕ ਫੋਰਸ ਦੀ, ਇਹ ਜਿਹੜਾ ਰਿਜ਼ਲਟੈਂਟ ਆ
ਉਹਦੇ ਨਾਲ 50 ਸੈਂਟੀਮੀਟਰ ਦੂਰ ਆ। ਇੱਕ ਆਪਾਂ ਨੂੰ ਇਹ ਕੰਸੈਪਟ ਨਾਲ ਗਿਵਨ। ਸੋ ਦੇਖੋ ਆ ਦੋ ਗੱਲਾਂ ਗਿਵਨ ਨੇ ਆਪਾਂ ਨੂੰ। ਹੁਣ ਇਹ ਫੋਰਸ ਜਿਹੜੀ ਆ 20 ਨਿਊਟਨ ਦੀ, ਇਹ P ਤੇ Q ਦੇ ਇਕੁਇਵਲੈਂਟ ਆ। ਜਿਨ੍ਹਾਂ ਨੇ ਪਿਛਲਾ ਪੜ੍ਹਿਆ ਹੋਵੇ ਟੌਪਿਕ, ਜੇ ਪਿੱਛੇ ਧਿਆਨ ਨਾਲ ਪੜ੍ਹਦੇ ਆ ਉਹਨਾਂ ਨੂੰ ਪਤਾ ਹੋਊਗਾ ਇਕੁਇਵਲੈਂਟ ਕਹਿਣ ਦਾ ਮਤਲਬ ਕੀ ਆ ਕਿ ਇਹ ਦੋ ਫੋਰਸਾਂ ਦਾ ਕੰਮ ਇਹ ਫੋਰਸ ਦੇ ਬਰਾਬਰ। ਮਤਲਬ ਜੋ ਇਹ ਦੋ ਫੋਰਸਾਂ ਕੰਮ ਕਰਨਗੀਆਂ ਉਹ ਇਕੱਲੀ ਫੋਰਸ ਕੰਮ ਕਰੇਗੀ। ਮਤਲਬ ਇਹ ਦੋਨੇ ਫੋਰਸਾਂ ਇਹਦੇ ਇਕੁਇਵਲੈਂਟ ਨੇ। ਇਹਦਾ ਮਤਲਬ ਕੀ ਹੋਇਆ ਕਿ ਇਹ ਦੋਨੇ ਫੋਰਸਾਂ ਦਾ ਰਿਜ਼ਲਟੈਂਟ ਆ। ਇਹ ਰਿਜ਼ਲਟੈਂਟ ਕਹਿੰਦੇ ਹੁੰਦੇ ਆਪਾਂ ਇਕੁਇਵਲੈਂਟ ਨੂੰ। ਤਾਂ ਇਹ ਦੋਨਾਂ ਦਾ ਜੋ ਕੰਮ ਹੈਗਾ ਉਹ ਰਿਜ਼ਲਟੈਂਟ ਹੀ ਕਰੂਗਾ। ਤਾਂ ਦੋਨਾਂ ਦਾ ਰਿਜ਼ਲਟੈਂਟ ਦਿੱਤਾ ਹੋਇਆ ਆਪਾਂ ਨੂੰ। ਤਾਂ R ਆਪਾਂ ਨੂੰ ਗਿਵਨ ਹੈਗਾ ਉਰੇ 20 ਹੈ। AC ਡਿਸਟੈਂਸ ਗਿਵਨ ਆਪਾਂ ਨੂੰ ਜੀ 50 ਸੈਂਟੀਮੀਟਰ। ਜਿਹੜਾ AB ਡਿਸਟੈਂਸ ਹੈਗਾ ਇਹ 2 ਮੀਟਰ। ਯੂਨਿਟ ਸੇਮ ਕਰ ਲਈਦੇ ਹੁੰਦੇ ਨੇ। 2 ਮੀਟਰ ਜਿਹੜਾ ਹੈਗਾ ਆਪਣੇ ਕੋਲ ਇਹ 200 ਸੈਂਟੀਮੀਟਰ। ਯੂਨਿਟ ਸੇਮ ਕਰ ਲਓ, ਸੈਂਟੀਮੀਟਰ ਸੈਂਟੀਮੀਟਰ ਇੱਕ ਪਾਸੇ ਲੈ ਆਉਣਾ। ਇਹ ਡਾਟਾ ਸਾਰਾ ਗਿਵਨ ਆ, ਬਸ P ਤੇ Q ਫੋਰਸ ਹੀ ਕੱਢਣ ਵਾਸਤੇ ਗਿਆ। ਹੁਣ ਫਾਰਮੂਲੇ ਆਪਾਂ ਨੂੰ ਪਤਾ ਜੀ ਕਿਤੇ ਹੋਏ ਨੇ। ਜਿਹੜਾ ਰਿਜ਼ਲਟੈਂਟ ਹੁੰਦਾ ਉਹ ਹੁੰਦਾ P plus Q, ਪਹਿਲਾ ਫਾਰਮੂਲਾ ਇਹ। ਤਾਂ P plus Q ਕਿੰਨਾ ਬਣ ਗਿਆ? P plus Q is equals to 20। ਇਹ ਪਹਿਲੀ ਇਕੁਏਸ਼ਨ ਬਣ ਗਈ। ਤੇ ਆਲਸੋ ਆਪਾਂ ਨੂੰ ਪਤਾ ਹੈ ਕਿ P into AC, this into this equal to this into this। ਸਿੱਧਾ P into AC Q into BC ਦੇ ਬਰਾਬਰ ਹੋਊਗਾ। ਇੱਥੋਂ ਆਪਾਂ ਨੇ ਫਿਰ P ਕੱਢ ਲਿਆ। P ਕਿੰਨਾ ਹੋ ਗਿਆ? P ਚਲੋ ਲਿਖ ਲਿਆ ਆਪਾਂ ਨੇ। AC ਪਤਾ ਆਪਾਂ ਨੂੰ ਕਿੰਨਾ 50 ਹੈ। Q into BC, BC ਪਤਾ ਆਪਾਂ ਨੂੰ ਕਿੰਨਾ ਹੈਗਾ? ਨਹੀਂ, BC ਆਪਾਂ ਕੱਢਿਆ ਨਹੀਂ ਹਜੇ। ਇਹ BC ਕੱਢ ਲਓ ਪਹਿਲਾਂ, ਕਿੰਨਾ ਹੋਊਗਾ ਲੱਗ ਰਿਹਾ ਹੋਊਗਾ ਪਤਾ। 200 ਦੇ ਵਿੱਚੋਂ ਇਹ ਮਾਈਨਸ ਕਰ ਦੇਵਾਂਗੇ। 200 ਮਾਈਨਸ 150 ਕਿੰਨਾ ਆ ਗਿਆ ਜੀ? 50 ਸੈਂਟੀਮੀਟਰ। ਸਿੰਪਲ ਦੀ ਕੈਲਕੂਲੇਸ਼ਨ ਆ ਸਾਰੀ। ਇਹ ਕੈਲਕੂਲੇਸ਼ਨ ਸਾਰੇ ਸਿੰਪਲ ਦੀਆਂ ਨੇ। 200 ਦੇ ਵਿੱਚੋਂ 50 ਕਰਨਾ ਇਸ ਵਾਰ। 150 ਆ ਗਿਆ। ਇਹ 150 ਆ ਗਿਆ ਜੀ। ਇਹਦੀ ਕਟਿੰਗ ਹੋ ਜਾਏਗੀ। ਤਾਂ P ਕਿੰਨਾ ਆ ਗਿਆ ਆਪਣੇ ਕੋਲ? 3Q। ਇਹ ਦੂਜੀ ਇਕੁਏਸ਼ਨ ਆ। ਅੱਗੇ 10th ਲੈਵਲ ਦਾ ਕੰਮ ਆ ਜੀ। ਦੋ ਇਕੁਏਸ਼ਨਾਂ ਬਣ ਗਈਆਂ, ਸੋਲਵ ਕਰ ਲੈਣਾ। P ਦੀ ਵੈਲਿਊ ਚੱਕ ਕੇ ਆਪਾਂ ਨੰਬਰਿੰਗ 1 ਦੇ ਵਿੱਚ ਪੁੱਟ ਕਰ ਦਾਂਗੇ। ਪੁੱਟ ਇਨ 1 ਚ ਪੁੱਟ ਕੀਤਾ ਆਪਾਂ ਨੇ, ਕਿੰਨਾ ਆ ਗਿਆ? 3Q plus Q is equals to 20। ਇੱਥੋਂ Q ਕਿੰਨਾ ਆ ਗਿਆ ਜੀ? 5। Q ਦੀ ਵੈਲਿਊ ਚ ਭਰਤੀ। ਪੁੱਟ ਇਨ ਸੈਕਿੰਡ। ਤਾਂ P ਕਿੰਨਾ ਆ ਗਿਆ ਆਪਣੇ ਕੋਲ? 50। ਇਹ ਆਪਣੀਆਂ ਦੋ ਫੋਰਸਾਂ ਆ ਗਈਆਂ। ਮੇਨ ਡਾਇਗਰਾਮ ਆ ਜੇ। ਡਾਇਗਰਾਮ ਥੋੜੀ ਪ੍ਰੋਪਰ ਸਹੀ ਬਣ ਗਈ। ਫਾਰਮੂਲੇ ਤੁਹਾਨੂੰ ਪਤਾ ਹੈਗੇ ਨੇ। ਬਾਕੀ ਸਾਰੀ ਕੈਲਕੂਲੇਸ਼ਨ 10th ਲੈਵਲ ਦੀਆਂ। ਇਹ ਡਾਇਗਰਾਮ ਨੂੰ ਹੀ ਸਮਝਣ ਵਾਸਤੇ ਆਪਾਂ ਦੋ ਕੁਐਸਚਨ ਹੋਰ, ਮੈਂ ਆਹੀ ਕੁਐਸਚਨ ਟਰਾਈ ਕਰ ਰਿਹਾ ਤਾਂ ਹੀ ਕਿ ਤੁਹਾਨੂੰ ਡਾਇਗਰਾਮ ਬਣਾਉਣੀ ਸਮਝ ਆ ਜਾਏ। ਇੱਕ ਤਾਂ ਲੈਕਚਰ ਸੁਣ ਲਓ ਤੇ ਅੱਗੇ ਆਪਣੀ ਘਰੇ ਪ੍ਰੈਕਟਿਸ ਵੀ ਕਰੋ ਜੀ, ਤਾਂ ਪ੍ਰੋਪਰ ਸਮਝ ਆਊਗਾ। ਤੇ ਨੈਕਸਟ ਕੁਐਸਚਨ ਕਰਦੇ ਹਾਂ ਆਪਾਂ, ਉਹਨੇ ਰੱਬ ਕਰ ਲਈਏ। स्टेटमेंट पढ़ रहे हैं, तुम स्टेटमेंट देख लो। नेक्स्ट क्वेश्चन है जी, अ मैन कैरीज a weight of 20 kg at one end of a stick 1 meter long resting on his shoulder and holds the other end. Find the pressure on his shoulder if the stick projected in the form of his shoulder is 60 सेंटीमीटर। लास्ट लाइन थोड़ी गलत आप ठीक करांगे, जो स्टेटमेंट पहले समझते हैं। लास्ट लाइन गलत है स्टेटमेंट जो देखांगे आप। पहला आप स्टेटमेंट जिहड़ी हैगी आ वो समझते। स्टेटमेंट दित्ती की हुई है आप। स्टेटमेंट दे विच आपां दित्ता होया हैगा
एक मैन आ, एक बंदा हैगा, ਉਹਨੇ एक वेट कैरी किया होया स्टिक दे उपर। समझो ध्यान नाल किवें। कोई बंदा, ਇਹਨੇ अपने मोढे ते इदां कोई स्टिक रखी हुई है। समझ आ रहा होवे डायग्राम किवें। जिवें आ स्टिक आ इदां मोढे ते रखी है, स्टिक डंडी इदां मोढे ते रखी हुई है। एक पासे उन्हें वेट पाया होया हैगा 20 का, 20 kg। एक पासे उन्हें 20 kg वेट पाया है। ते इह स्टिक दी लंबाई जिहड़ी हैगी आ वो पूरी ओवरऑल 1 मीटर है। ਹੁਣ ਸਟਿਕ ਦੇ ਉੱਪਰ ਇੱਕ ਪਾਸੇ ਵੇਟ ਪਾਇਆ ਸੀ। ਆਪ ਦੇਖੋ ਜੀ, ਇੱਕ ਪਾਸੇ ਵੇਟ ਪਾਵਾਂਗੇ ਤੇ ਭਾਰ ਨਾਲ ਸਟਿਕ ਟੇਢੀ ਹੋ ਜਾਏਗੀ, ਨੀਚੇ ਗਿਰ ਜਾਏਗੀ, ਟੇਢੀ ਹੋ ਜਾਏਗੀ। ਇਹ ਸਟਿਕ ਨੂੰ ਟੇਢਾ ਹੋਣ ਤੋਂ ਰੋਕਣ ਜਾਂ ਗਿਰਨ ਤੋਂ ਰੋਕਣ ਵਾਸਤੇ ਉਹਨੇ ਇਧਰਲੇ ਪਾਸੇ ਇਦਾਂ ਆਪਣੇ ਹੱਥ ਨਾਲ ਇਹ ਫੜੀ ਹੋਈ ਹੈ ਸਟਿਕ, ਇਦਾਂ ਫੜੀ ਹੋਈ ਹੈ। ਇਹ ਜ਼ੋਰ ਕਿੱਥੋਂ ਲਾਊਗਾ? ਇਹ ਜ਼ੋਰ ਕਿੱਧਰਲੇ ਪਾਸੇ ਲਾਊਗਾ ਬੰਦਾ ਹੱਥ ਨਾਲ ਜ਼ੋਰ? ਇਹ ਸਟਿਕ ਨੂੰ ਉੱਪਰ ਧੱਕੇਗਾ, ਨੀਚੇ ਧੱਕੇਗਾ, ਇਹ ਦੇਖਣਾ ਆਪਾਂ ਨੇ। ਇਹ ਵੇਟ ਕਰਕੇ ਸਟਿਕ ਉੱਪਰ ਜਾਏਗੀ, ਸਟਿਕ ਜਿਹੜੀ ਉੱਪਰ ਨੂੰ ਜਾਏਗੀ ਵੇਟ ਕਰਕੇ, ਮਤਲਬ ਵੇਟ ਨੀਚੇ ਨੂੰ ਆਊਗਾ ਤਾਂ ਸਟਿਕ ਤਾਂ ਟੇਢੀ ਹੋਊਗੀ, ਉੱਪਰ ਜਾਏਗੀ। ਇਹ ਉੱਪਰ ਜਾਣ ਤੋਂ ਰੋਕਣ ਵਾਸਤੇ ਉਹ ਆਪਣੇ ਹੱਥ ਦੇ ਨਾਲ ਨੀਚੇ ਖਿੱਚ ਰਿਹਾ, ਮਤਲਬ ਇਦਾਂ ਫੜ ਕੇ ਨੀਚੇ ਜ਼ੋਰ ਲਾ ਰਿਹਾ, ਨੀਚੇ ਪ੍ਰੈਸ਼ਰ ਪਾ ਰਿਹਾ। तो ये नीचे जोर ला रहा है। नीचे जोर क्यों ला रहा है? बिकॉज स्टिक टेढ़ी होकर गिर ना जाए। तो एक जोर इधर लग रहा है, एक ये जोर लग रहा है, दो जोर लग रहे हैं। एक वेट का जोर नीचे है, एक हाथ नाल जोर ला रहा है। ये दोनों का जोर जिहड़ा हैगा, ये सारा भार दोनों का इकट्ठा भार ये मोढे ते पेगा। सारा जोर जिवें मोढे रखिया है, अपन मोढे ते रखिया, एक पिछे वेट पिया, ਉਹਦਾ भार मोढे ते पै रहा, एक मैं जोर नीचे ला रहा। ਇਹ ਦੋਨੇ ਭਾਰ ਜਿਹੜੇ ਹੈਗੇ ਨੇ ਮੇਰੇ ਮੋਢੇ ਤੇ ਪੈ ਰਹੇ, ਇਹ ਸਾਰਾ ਜ਼ੋਰ ਜਿਹੜਾ ਸ਼ੋਲਡਰ ਤੇ ਪਏਗਾ। ਤੇ ਇਹੀ ਆਪਾਂ ਪਤਾ ਕਰਨਾ ਹੈਗਾ ਕਿ ਸ਼ੋਲਡਰ ਦੇ ਉੱਪਰ ਕਿੰਨਾ ਭਾਰ ਪੈ ਰਿਹਾ ਹੈਗਾ। ਜੋ ਇਹਨਾਂ ਦੋਨਾਂ ਦਾ ਭਾਰ ਹੋਊਗਾ ਉਹੀ ਭਾਰ ਇੱਥੇ ਪਏਗਾ। ਇਹਦਾ ਮਤਲਬ ਕੀ ਹੋ ਗਿਆ? ਇਹ ਦੋਨੇ ਫੋਰਸ ਆ ਇਹਦੇ ਇਕੁਇਵਲੈਂਟ ਹੋਣਗੇ। ਤਾਂ ਆਪਾਂ ਮਤਲਬ ਕਹਿਣ ਦੀ ਗੱਲ ਕੀ ਹੈ? ਰਿਜ਼ਲਟੈਂਟ ਹੋ ਗਿਆ। ਇਹ ਗੱਲਾਂ ਧਿਆਨ ਰੱਖਣਾ, ਇਹ ਰਿਜ਼ਲਟੈਂਟ ਆ, ਇਹ ਫਾਈਂਡ ਕਰਨਾ। ਦਿੱਤਾ ਕੀ ਹੋਇਆ ਨਾਲ ਸਟੇਟਮੈਂਟ ਚ ਗਲਤ ਹੈ। ਇੱਕ ਲਾਸਟ ਲਾਈਨ ਦਿੱਤੀ ਹੋਈ ਆ, ਇਫ ਦਾ ਸਟਿਕ ਪ੍ਰੋਜੈਕਟਡ ਇਨ ਦਾ ਫਾਰਮ ਆਫ ਹਿਸ ਸ਼ੋਲਡਰ ਇਜ਼ 60 ਸੈਂਟੀਮੀਟਰ। ਤੋਂ ਲਾਈਨ ਗਲਤ ਪਾਈ ਹੋਈ ਆ। ਇਹਦਾ ਮਤਲਬ ਇਹ ਹੋਊਗਾ ਕਿ ਜਿੱਥੋਂ ਉਹਨੇ ਸਟਿਕ ਫੜੀ ਹੋਈ ਹੈਗੀ, ਇਹਦਾ ਮੀਨਿੰਗ ਇੱਥੇ ਇਹ ਆਉਣਾ ਸੀਗਾ, ਜਿੱਥੋਂ ਉਹਨੇ ਸਟਿਕ ਫੜੀ ਹੋਈ ਆ ਸ਼ੋਲਡਰ ਤੋਂ ਡਿਸਟੈਂਸ ਇਹ 60 ਸੈਂਟੀਮੀਟਰ। ਜਿੱਥੋਂ ਸਟਿਕ ਫੜੀ ਹੋਈ ਆ, ਸਟਿਕ ਤੋਂ ਲੈ ਕੇ ਇੱਥੋਂ ਸਟਿਕ ਫੜੀ ਹੋਈ ਆ, जितों फड़ी ही उत्थों तो लैके शोल्डर का डिस्टेंस आ 60 सेंटीमीटर। ये स्टेटमेंट गलत आ, स्टेटमेंट आ सही आऊगी। हुण ये डायग्राम इदां बनेगी जी। हुण डायग्राम इहदा जो समझाउण वास्ते बनाई है, प्रॉपर डायग्राम बनावांगे आपां। प्रॉपर डायग्राम बना रहे हैं, वो देखो, उत्थों देख के ज़्यादा क्लीयर हो जाएगा। ये फोर्स है, इधर फोर्स लग रही है 20, ये वेट है। इधरले पासे जोर ला रहा नीचे, इधरले पासे नीचे जोर लग रहा है, मान लो पी प्रैशर ना जोर लग रहा है इधरले पासे। ये 1 मीटर डिस्टेंस आ, इनू फिर आप सेम कर लेना, मीटर नू सेंटीमीटर कन्वर्ट किया 100 सेंटीमीटर हो जाएगा। ये शोल्डर आ, शोल्डर के रिजल्टेंट कितना होगा? ये आर होगा, मान लो लभना अपन। ते आर डिस्टेंस कितना है? एक 60 सेंटीमीटर। देखो डायग्राम जे सही बन गई, अगे क्वेश्चन फॉर्मूले भी सौखे हैं, क्वेश्चन भी सौखे। इसको ये 60 हो गया, तो कितना हो जाएगा? 40 हो जाएगा। चलो अगे फॉर्मूला ला रहे हैं आप, फॉर्मूला अप्लाई करके फिर सॉल्व कर रहे हैं। पहला फॉर्मूला हो गया अपने को, जो रिजल्टेंट हैगा वो P + 20 के बराबर होएगा। दूजा P × AC लिख लो पूरा, फिर आल्सो पा लो, P × AC इक्वल्स टू क्या हो कितना? 20 × BC। P × AC कितना अपने को जी
60 20 into 40 ਇਹਨੂੰ ਕਰ ਲਓ ਸੋਲਵ ਕਿੰਨਾ ਹੋਊਗਾ ਤਾਂ P ਫੋਰਸ ਆ ਗਈ ਆਪਣੇ ਕੋਲ 40/3 ਹੁਣ ਇਹ P ਚੱਕ ਕੇ ਆਪਾਂ ਨੰਬਰ ਹੀ 1 ਚ ਕਰ ਦਾਂਗੇ ਪੁੱਟ ਇਨ 1 ਕੀਤਾ 1 ਚ ਪੁੱਟ ਕੀਤਾ therefore R ਕਿੰਨਾ ਆ ਗਿਆ ਆਪਣੇ ਕੋਲ 40/30 plus 20 100/30 ਜੇ kg ਵਿੱਚ ਆ ਤਾਂ kg ਚ ਆ ਰਿਹਾ ਬਸ ਜੋ ਵੀ ਆ ਗਿਆ ਉਹ ਆਪਣਾ ਆਨਸਰ ਹੈ ਜਿੱਦਾਂ ਆਪਾਂ ਸੋਲਵ ਕਰਨਾ ਮੇਨ ਜਿਹੜਾ ਹੈ ਉਹ ਡਾਇਗਰਾਮ ਆ ਜੇ ਡਾਇਗਰਾਮ ਆਪਣੀ ਸਹੀ ਬਣ ਗਈ ਤਾਂ ਸਾਰਾ ਕੁਐਸਚਨ ਸਹੀ ਸੋਲਵ ਹੋ ਜਾਊ ਇੱਕ ਕੁਐਸਚਨ ਹੋਰ ਕਰਵਾਉਣਾ ਉਸ ਤੋਂ ਪਹਿਲਾਂ ਰੱਬ ਕਰ ਲਈਏ तो स्टेटमेंट पढ़ रहे हैं स्टेटमेंट सुन लो स्टेटमेंट की है जी ये है 2 men carries a heavy basket of 1112 kg hanging from a light pole of length 8 units each end of which rests on the shoulder of the man. The point from which the basket is hung lies at a distance 2 units nearer to one man than the other. Find the pressure on the shoulder of each man. देखो दिता की होया अपन वो देखते हैं दो बंदे ने जिवें बना रहा डायग्राम डायग्राम समझनी है ध्यान नाल ਇਹ ਦੋਨੇ ਬੰਦਿਆਂ ਨੇ ਆਪਣੇ ਮੋਢਿਆਂ ਦੇ ਉੱਪਰ ਇੱਕ ਲਾਈਟ ਪੋਲ ਲਿਆ ਹੈ ਹੁਣ ਲਾਈਟ ਪੋਲ ਕੀ ਹੁੰਦਾ ਪੋਲ ਤੁਹਾਨੂੰ ਪਤਾ ਹੋਊਗਾ ਕਿ ਗੋਲ ਸ਼ੇਪ ਚ ਲੈ ਲਓ ਇਹ ਸੋਟੀ ਕਹਿ ਸਕਦੇ ਆਪਾਂ ਪੋਲ ਹੋ ਲਾਈਟ ਵਰਡ ਇਹਦਾ ਕੋਈ ਭਾਰ ਨਹੀਂ ਹੈਗਾ ਮਤਲਬ ਇਹਨਾਂ ਦੋਨਾਂ ਨੇ ਆਪਣੇ ਮੋਢਿਆਂ ਤੇ ਪੋਲ ਲਿਆ ਹੈ ਇਹਦਾ ਕੋਈ ਭਾਰ ਨਹੀਂ ਹੈਗਾ ਦੋਨਾਂ ਮੋਢਿਆਂ ਤੇ ਕੋਈ ਭਾਰ ਨਹੀਂ ਮਹਿਸੂਸ ਹੋ ਰਿਹਾ ਅੱਗੇ ਤਾਂ ਉਹਨਾਂ ਨੇ ਕਿ ਇੱਥੇ ਕਿਤੇ ਇੱਕ ਬਾਸਕਟ ਲੱਗੀ ਹੋਈ ਆ ਇੱਥੇ ਮੰਨ ਲਓ ਇੱਕ ਬਾਸਕਟ ਬੰਨੀ ਹੋਈ ਹੈ ਜਿਹਦਾ weight ਕਿੰਨਾ ਹੈਗਾ ਆਪਣੇ ਕੋਲ 112 kg ਇਹ weight 112 kg 112 kg weight ਤੇ ਇਹ ਪੋਲ ਦੀ ਲੈਂਥ ਜਿਹੜੀ ਹੈਗੀ ਆ ਉਹ 8 ਯੂਨਿਟ ਆ ਦਿੱਤੀ ਹੋਈ ਆ ਓਵਰਆਲ ਤੇ ਆਪਾਂ ਪਤਾ ਕਰਨਾ ਹੈਗਾ ਕਿ ਇਹਨਾਂ ਦੋਨਾਂ ਦੇ ਉੱਪਰ ਇਹ ਦੋਨਾਂ ਦੇ ਮੋਢਿਆਂ ਤੇ ਕਿੰਨਾ ਪ੍ਰੈਸ਼ਰ ਹੋਊਗਾ ਦੋਨਾਂ ਦੇ ਮੋਢਿਆਂ ਦੇ ਉੱਪਰ ਕਿੰਨਾ ਪ੍ਰੈਸ਼ਰ ਹੋਊਗਾ ਇਹ ਆਪਾਂ ਪਤਾ ਕਰ ਤੋ ਦੇਖੋ ਧਿਆਨ ਨਾਲ ਇੱਕ ਚੀਜ਼ ਹੋ ਦਿੱਤੀ ਹੋਈ ਆ ਉਹਨਾਂ ਨੇ ਇਹ ਲਾਈਨ ਧਿਆਨ ਨਾਲ ਪੜ੍ਹਨੀ ਆ ਆਪਾਂ ਨੇ ਹੁਣ ਉਸਨੇ ਜਿਹੜੇ ਆਹ ਬਕਟ ਕਿੱਥੇ ਬੰਨੀ ਹੋਈ ਆ ਆਹ ਡਿਸਟੈਂਸ ਨਹੀਂ ਦਿੱਤੇ ਹੋਏ ਉਹਨਾਂ ਨੇ ਇਹ ਥੋੜਾ ਉਲਝਾ ਪਾਇਆ ਹੈ ਉਲਝਾ ਮਤਲਬ ਕਿ ਉਹੀ ਹੈ ਜਿੰਨਾ ਡਾਟਾ ਡਾਇਰੈਕਟ ਗਿਵਨ ਹੁੰਦਾ ਕੁਐਸਚਨ ਉਹਨਾਂ ਸੌਖਾ ਹੁੰਦਾ ਜਿੰਨਾ ਲੱਭਿਆ ਜਾਵੇ ਉਹ ਕੁਐਸਚਨ ਥੋੜਾ ਔਖਾ ਹੋ ਜਾਂਦਾ ਹੁਣ ਇਹ ਲੱਭਣਾ ਡਾਟਾ ਆਪਾਂ ਨੇ ਕਿੰਨਾ ਦਿੱਤਾ ਕੀ ਹੋਇਆ ਉਹਨਾਂ ਨੇ ਮੈਂ ਲਾਈਨ ਪੜ੍ਹ ਰਿਹਾ ਲਾਈਨ ਹੈਗੀ ਆ the point from which the basket is hung ਜਿੱਥੇ hung ਕੀਤੀ ਹੋਈ ਆ ਬਾਸਕਟ ਆਪਾਂ ਨੇ lies at a distance 2 units nearer to one man than the other ਜਿਹੜਾ ਆਹ ਡਿਸਟੈਂਸ ਹੈਗਾ ਇੱਕ ਬੰਦੇ ਦਾ ਦੂਜੇ ਬੰਦੇ ਨਾਲੋਂ 2 ਯੂਨਿਟ ਘੱਟ ਆ ਕਿਵੇਂ ਮੰਨ ਲਓ ਜੇ ਆਹ ਡਿਸਟੈਂਸ ਆਪਾਂ x ਮੰਨ ਲਈਏ ਆਹ y ਮੰਨ ਲਈਏ ਜਿਹੜਾ ਆਹ ਡਿਸਟੈਂਸ ਆ ਪਹਿਲੇ ਬੰਦੇ ਦਾ ਇਹ ਦੂਜੇ ਬੰਦੇ ਦੇ ਡਿਸਟੈਂਸ ਨਾਲੋਂ 2 ਯੂਨਿਟ ਘੱਟ ਆ ਜੇ ਹਜੇ ਵੀ ਗੱਲ ਨਹੀਂ ਸਮਝ ਆ ਰਹੀ ਤਾਂ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਮੰਨ ਲਓ ਕਿ ਆਹ 3 ਆ ਡਿਸਟੈਂਸ ਆਹ 5 ਆ ਮਤਲਬ ਆ ਜਿਹੜੇ ਬਾਸਕਟ ਆ ਇਹਦਾ ਡਿਸਟੈਂਸ ਪਹਿਲੇ ਬੰਦੇ ਤੋਂ 3 ਆ ਤੇ ਦੂਜੇ ਬੰਦੇ ਤੋਂ 5 ਦੂਰ ਆ ਡਿਸਟੈਂਸ ਦਿੱਤਾ ਹੋਇਆ
ਆਪਾਂ ਇਦਾਂ ਵੀ ਤਾਂ ਕਹਿ ਸਕਦੇ ਜਿਹੜਾ ਆਹ ਡਿਸਟੈਂਸ ਆ ਇਹਦੇ ਨਾਲੋਂ 2 ਘੱਟ ਆ 3 ਜਿਹੜਾ ਹੈਗਾ ਉਹ 5 ਨਾਲੋਂ 2 ਘੱਟ ਆ ਇਹਦੀ ਲਿਖ ਸਕਦੇ ਤਾਂ ਹੀ 3 ਬਣੇਗਾ ਆਪਾਂ ਇਹ ਵੀ ਕਹਿ ਸਕਦੇ ਕਿ ਜਿਹੜਾ ਆਹ ਡਿਸਟੈਂਸ ਆ ਦਿਸ ਇਜ਼ ਇਕੁਅਲਸ ਟੂ ਦਿਸ ਡਿਸਟੈਂਸ 2 ਘੱਟ -2 ਮਤਲਬ ਦਿਸ ਡਿਸਟੈਂਸ ਇਜ਼ ਇਕੁਅਲ ਟੂ ਦਿਸ ਡਿਸਟੈਂਸ -2 2 ਘੱਟ ਚਲੋ ਜਾਣ ਵਾਸਤੇ ਆ ਇਹ ਆਪਾਂ ਲੱਭ ਲਵਾਂਗੇ ਡਿਸਟੈਂਸ ਕਿੰਨੇ ਹੋਣਗੇ ਸਿੰਪਲ ਜਿਹੀ ਕੈਲਕੂਲੇਸ਼ਨ ਕਰਕੇ ਡਿਸਟੈਂਸ ਕੱਢ ਲਾਂਗੇ ਆਪਾਂ ਇਹ ਵੈਸੇ ਹੀ ਮੰਨੇ ਸੀ ਸਮਝਾਉਣ ਵਾਸਤੇ ਸੋ ਇਹ ਡਾਇਗਰਾਮ ਇਦਾਂ ਹੈਗੀ ਆ ਹੁਣ ਇਹ ਡਾਇਗਰਾਮ ਪ੍ਰੋਪਰ ਬਣਾਉਣੇ ਆਪਾਂ ਪ੍ਰੋਪਰ ਡਾਇਗਰਾਮ ਕਿੱਦਾਂ ਬਣੇਗੀ ਜੀ ਜਿਵੇਂ ਆਹ ਇੱਕ ਪੋਲ ਆ ਇੱਥੇ ਫੋਰਸ ਆ P ਇੱਥੇ ਫੋਰਸ ਆ Q ਪ੍ਰੈਸ਼ਰ ਲੱਗ ਰਿਹਾ ਇਹ ਦੋਨਾਂ ਦਾ ਜਿਹੜਾ ਰਿਜ਼ਲਟੈਂਟ 112 kg ਇਹ ਵੀ ਦੇਖ ਲੈਂਦੇ ਆਪਾਂ ਰਿਜ਼ਲਟੈਂਟ ਕਿਵੇਂ ਕਹਿ ਰਹੇ ਆਪਾਂ ਇਹ ਬਾਸਕਟ ਕਰਕੇ ਹੀ ਦੋਨਾਂ ਤੇ ਜ਼ੋਰ ਪੈ ਰਿਹਾ ਜਿੰਨੀ ਇਹ ਹੈਵੀ ਹੋਊਗੀ ਦੋਨਾਂ ਤੇ ਜ਼ੋਰ ਵੱਧ ਪਏਗਾ ਮੋਢਿਆਂ ਤੇ ਜਿੰਨੀ ਹਲਕੀ ਹੋਊਗੀ ਉਹਨਾਂ ਘੱਟ ਹੋਊਗਾ ਮਤਲਬ ਜੋ ਇਹ ਜ਼ੋਰ ਹੈਗਾ ਦੋਨਾਂ ਦਾ ਜ਼ੋਰ ਇਹਦੇ ਇਕੁਇਵਲੈਂਟ ਹੋਊਗਾ ਮਤਲਬ ਇਹ ਇਹਨਾਂ ਦੋਨਾਂ ਦਾ ਰਿਜ਼ਲਟੈਂਟ ਹੈ ਇਹ A ਹੋ ਗਿਆ ਪੁਆਇੰਟ ਇਹ B ਹੋ ਗਿਆ ਜੀ ਪੁਆਇੰਟ ਆਹ ਡਿਸਟੈਂਸ ਆਪਾਂ x ਲੈ ਲਿਆ ਆਹ ਡਿਸਟੈਂਸ ਆਪਾਂ y ਲੈ ਲਿਆ ਓਵਰਆਲ ਡਿਸਟੈਂਸ ਕਿੰਨਾ ਗਿਵਨ ਆਪਾਂ ਨੂੰ ਓਵਰਆਲ ਡਿਸਟੈਂਸ ਜਿਹੜਾ ਹੈਗਾ ਉਹ 8 ਆਪਾਂ ਨੂੰ ਗਿਵਨ ਹੁਣ ਦਾ ਪ੍ਰੋਪਰ ਸੋਲਵ ਕਰਦੇ ਹਾਂ ਆਪਾਂ ਦਿੱਤਾ ਕੀ ਹੋਇਆ ਆਪਾਂ ਨੂੰ ਜਿਹੜਾ x y ਹੈਗਾ ਇਹ 2 ਆ ਆਲਸੋ ਆਪਾਂ ਨੂੰ ਗਿਵਨ ਹੈਗਾ ਜਿਹੜਾ x plus y ਹੈਗਾ ਉਹ 8 ਦਿੱਤਾ ਹੋਇਆ ਆਪਾਂ ਨੂੰ ਇਹਨੂੰ ਪਲੱਸ ਮਾਈਨਸ ਕਰ ਲਵਾਂਗੇ ਸਿੰਪਲੀ ਕੈਲਕੂਲੇਸ਼ਨ ਕਰਕੇ ਐਡ ਕੀਤਾ ਐਡ 1 and 2 ਆਪਾਂ ਐਡ ਕੀਤੇ ਇੱਥੋਂ 2x ਕਿੰਨਾ ਆ ਜਾਏਗਾ 10 ਤੇ x ਕਿੰਨਾ ਆ ਜਾਏਗਾ ਜੀ 5 ਇਹ x ਦੀ ਵੈਲਿਊ 1 ਚ ਭਰਤੀ ਜਾਂ 2 ਚ ਭਰਤੀ ਪੁੱਟ ਇਨ 2 ਚ ਪੁੱਟ ਕੀਤਾ 5 plus y equal to 8 ਆ ਗਿਆ ਤਾਂ y ਕਿੰਨਾ ਆ ਗਿਆ ਆਪਣੇ ਕੋਲ 3 ਆ x 5 ਆ ਗਿਆ ਤੇ y 3 ਆ ਗਿਆ ਆਪਣੇ ਤਾਂ ਆਪਾਂ ਡਿਸਟੈਂਸ ਕੱਢ ਲਏ ਕਿ ਆਹ ਡਿਸਟੈਂਸ 5 ਹੋਊਗਾ ਆਹ ਡਿਸਟੈਂਸ 3 ਆ ਦੋ ਡਿਸਟੈਂਸ ਆ ਗਿਆ ਆਪਣੇ ਕੋਲ ਇੱਕ ਥੋੜਾ ਪਿੱਛੇ ਸਟੇਟਮੈਂਟ ਇਦਾਂ ਪਾਈ ਸੀ ਜੀ ਮੈਂ ਉਹ 'ਚ ਲਿਖਿਆ ਸੀਗਾ ਜੀ ਕਿ x equals to y minus 2 ਇਦਾਂ ਪਾਇਆ ਸੀ ਚਲੋ ਹੁਣ ਤਾਂ ਆਪਾਂ ਇਦਾਂ ਸੋਲਵ ਕਰ ਲਿਆ ਹੈਗਾ ਇਹ ਦੋਨਾਂ ਵਿੱਚ ਫਰਕ ਕੋਈ ਨਹੀਂ ਹੈਗਾ ਵੈਸੇ ਲੱਗ ਰਿਹਾ ਹੋਊਗਾ ਨਾ ਕਿ ਇਹ ਤਾਂ ਕੁਝ ਹੋਰ ਬਣ ਗਿਆ x minus y equal to -2 ਸਟੇਟਮੈਂਟ ਨੂੰ ਫਰਕ ਨਹੀਂ ਪੈ ਰਿਹਾ ਕੋਈ ਸਟੇਟਮੈਂਟ ਨੂੰ ਫਰਕ ਕਿਵੇਂ ਨਹੀਂ ਪੈ ਰਿਹਾ ਹੈਗਾ ਜਿਵੇਂ ਆਹ ਡਿਸਟੈਂਸ ਆਪਾਂ 3 ਕਿਹਾ ਸੀ ਇਹ ਡਿਸਟੈਂਸ ਆਪਾਂ 5 ਐਗਜ਼ਾਮਪਲ ਲਈ ਸੀ ਨਾ ਆਪਾਂ ਕਿ ਇਹ ਇਸ ਤੋਂ 2 ਘੱਟ ਆ ਇਦਾਂ ਵੀ ਤਾਂ ਕਹਿ ਸਕਦੇ ਆ 5 ਤੇ 3 ਲੈ ਲਓ ਕਿ ਇਹ ਡਿਸਟੈਂਸ ਜਿਹੜਾ ਹੈਗਾ ਇਸ ਨਾਲੋਂ 2 ਘੱਟ 2 ਘੱਟ ਮਤਲਬ ਕੀ ਹੋ ਗਿਆ ਕਿ ਇਹ ਡਿਸਟੈਂਸ ਇਹਦੇ ਨਾਲੋਂ 2 ਘੱਟ ਆ ਮਤਲਬ ਦੋਨਾਂ ਦਾ ਡਿਫਰੈਂਸ 2 ਆ ਇਹ ਇਦਾਂ ਵੀ ਕਹਿ ਸਕਦੇ ਚਲੋ ਫਿਰ ਦੋ ਤਰੀਕੇ ਹੋ ਗਏ ਤੁਹਾਡੇ ਵਾਸਤੇ ਤੁਸੀਂ ਇਦਾਂ ਵੀ ਕਰ ਸਕਦੇ ਹੋ ਤੇ ਬਾਈ ਚਾਂਸ ਇਦਾਂ ਹੋ ਗਿਆ ਇਦਾਂ ਵੀ ਕਰ ਸਕਦੇ ਹੋ ਇਹ ਲੈ ਕੇ ਵੀ ਸੋਲਵ ਕਰ ਲਓ ਇਹ ਲੈ ਕੇ ਜਿਸ ਤਰ੍ਹਾਂ ਵੀ ਸੋਲਵ ਕਰ ਲਓ ਆਂਸਰ ਸੇਮ ਹੀ ਹੈ ਜੋ ਦੋ ਡਿਸਟੈਂਸਿਸ ਆ ਗਏ ਆਪਣੇ ਕੋਲ ਹੁਣ ਆਪਾਂ ਸਿੰਪਲ ਇਕੁਏਸ਼ਨ ਬਣਾਉਣੀ ਹੈ ਉਹ ਕਿਵੇਂ ਰਿਜ਼ਲਟੈਂਟ ਕਿੰਨਾ ਹੁੰਦਾ ਜੀ ਇਹ ਆਪਾਂ ਨੂੰ ਪਤਾ ਰਿਜ਼ਲਟੈਂਟ ਫੋਰਸਿਸ ਦੇ ਸਮ ਦੇ ਬਰਾਬਰ ਹੁੰਦਾ ਪਹਿਲੀ ਇਕੁਏਸ਼ਨ ਬਣ ਗਈ ਦੂਜਾ ਫਾਰਮੂਲਾ ਹੁੰਦਾ ਆਪਣੇ ਕੋਲ P into ਇਹਨੂੰ ਪੁਆਇੰਟ ਆਪਾਂ C ਮੰਨਿਆ P into AC Q into BC ਬਰਾਬਰ ਹੋਣਗੇ P into AC AC ਕਿੰਨਾ ਹੈਗਾ ਆਪਣੇ ਕੋਲ x ਕਿੰਨਾ ਕੱਢਿਆ ਆਪਾਂ ਨੇ 5 Q BC ਕਿੰਨਾ ਆਪਣੇ ਕੋਲ ਜੀ y ਕਿੰਨਾ ਕੱਢਿਆ ਆਪਾਂ ਨੇ 3 ਤਾਂ ਜਿਹੜਾ Q ਹੈਗਾ ਆਪਣੇ ਕੋਲ
बाकी का कैलकुलेशन है सिंपल जी। देयरफॉर ਜਿਹੜਾ Q हैगा वो आ गया अपने को 5p/3 नंबरिंग ਇਹਨੂੰ 3 ਪਾ ਲਓ ਜੀ, ਇਹਨੂੰ ਆਪਾਂ 4। ਹੁਣ 3 4 ਦੇ ਵਿੱਚ ਆਪਾਂ 10th ਕਲਾਸ ਚ ਕਰਦੇ ਹੁੰਦੇ ਮੈਂ ਸੋਲਵ ਕਰ ਲਵਾਂਗੇ। ਆ 4 ਚ ਵੈਲਿਊ ਚੱਕ ਕੇ ਆਪਾਂ 3 ਚ ਪੁੱਟ ਕਰ ਰਹੇ ਹਾਂ, ਪੁੱਟ 4 in 3 ਚ ਪੁੱਟ ਕੀਤੀ ਜੀ। ਇਹ ਆ ਗਿਆ 112 equals to p plus 5p/3 ਇਹਨੂੰ ਕਰ ਲੈਣੇ ਸੋਲਵ। 112 ਇਹ ਆ ਜਾਊਗਾ 8p/3 ਤਾਂ p ਆ ਜਾਏਗਾ 112 ਗੁਣਾ 3/8। ਇਹ ਆ ਗਿਆ 42 ਆ ਗਿਆ। ਹੁਣ ਇਹ p ਕੱਢਿਆ ਆਪਾਂ ਨੇ ਨੰਬਰਿੰਗ 4 ਚ ਪੁੱਟ ਕਰ ਦੋ, ਪੁੱਟੇ 4 ਤਾਂ Q ਕਿੰਨਾ ਆ ਗਿਆ 5 into p/3 ਇਹ 14 आ गया जी, ये आ गया 7। ਤਾਂ ਫੋਰਸਿਸ ਆਪਣੀਆਂ ਆ ਗਈਆਂ P ਜਿਹੜਾ ਹੈਗਾ ਇਹ 42 ਆ ਗਿਆ ਤੇ Q ਕਿੰਨਾ ਆ ਗਿਆ ਉਹ 70 ਹੈ। ਇਹਨਾਂ ਸਾਰੇ ਕੁਐਸਚਨਾਂ ਵਿੱਚ ਇਹੀ ਆ, ਜੇ ਡਾਇਗਰਾਮ ਥੋੜੀ ਸਹੀ ਬਣ ਗਈ, ਸਾਰੀ ਬੁੱਕ ਵਿੱਚ ਇਹੀ ਕੁਛ ਆ, ਡਾਇਗਰਾਮ ਸਹੀ ਬਣ ਗਈ, ਤੁਹਾਨੂੰ ਫਾਰਮੂਲੇ ਪਤਾ ਨੇ, ਬਾਕੀ ਸਿੰਪਲ ਕੈਲਕੂਲੇਸ਼ਨ ਕਰਕੇ ਸੋਲਵ ਹੋ ਜਾਏਗਾ। ਇਹ ਸਾਰਾ ਸੋਲਵ ਤਾਂ ਹੋਵੇ ਜੇ ਪ੍ਰੈਕਟਿਸ ਕਰੋਗੇ ਨਾ। ਜੋ ਠੀਕ ਆ, ਅੱਜ ਆਹੀ ਕੰਮ ਕਰਾਉਣਾ ਸੀਗਾ, ਇਹਦੀ ਪ੍ਰੈਕਟਿਸ ਕਰ ਲਈਏ। ਪਹਿਲਾਂ ਸਾਰਾ ਟੌਪਿਕ ਧਿਆਨ ਨਾਲ ਸਮਝ ਕੇ ਫਿਰ ਇਹ ਪਰ ਬੇਸ ਨੂਮੈਰੀਕਲ ਆਪ ਘਰੇ ਟਰਾਈ ਕਰ ਲਈਏ। ਠੀਕ ਹੈ ਜੀ, ਥੈਂਕ ਯੂ।